चिड़ियों से मैं बाज लड़ाऊं, गिदरों को मैं शेर बढ़ाऊं, 1.25 लाख से एक लड़ाऊं तबे गोबिंद सिंह नाम कहां। ਇਹ ਜਿਹੜੀ ਹਿੰਦੁਸਤਾਨ ਦੀ ਫੌਜ ਹੈ, ਅੱਜ ਹਿੰਦੁਸਤਾਨ ਦੀਆਂ ਨਸਲਾਂ ਨੇ, ਇਹ ਉसी ਜੋਸ਼ ਦੇ ਨਾਲ ਅੱਜ ਤੱਕ ਭਰੀਆਂ ਹੋਈਆਂ। ਭਾਵੇਂ ਤੁਸੀਂ ਕਾਰਗਿਲ ਦੀ ਲੜਾਈ ਵੇਖ ਲਈ ਹੋਵੇ, ਉੱਥੋਂ ਵੀ ਖਦੇੜ ਦਿੱਤਾ, 71 ਵਿੱਚ ਵੀ ਖਦੇੜ ਦਿੱਤਾ, 65 ਵਿੱਚ ਵੀ ਖਦੇੜ ਦਿੱਤਾ, ਤੇ ਇਹ ਸ਼ਾਇਦ ਉਹਨਾਂ ਦਾ ਆਸ਼ੀਰਵਾਦ ਹੈਗਾ ਕਿ ਅੱਜ ਤੱਕ ਚੱਲੀ ਆ ਰਿਹਾ। ਭਾਵੇਂ ਗੋਰੇ ਕਹਿ ਰਹੇ ਸੀ ਕਿ ਜੀ ਅਸੀਂ ਇੰਡੀਆ ਨੂੰ ਸਭ ਕੁਝ ਸਿਖਾਇਆ, ਪਰ ਇੰਡੀਆ ਦੀ ਕਹਾਣੀ ਰਮਾਇਣ ਤੋਂ ਚੱਲਦੀ ਹੈ। ਮਿਲਟਰੀ ਲਿਟਰੇਚਰ ਫੈਸਟੀਵਲ ਪਟਿਆਲਾ ਜਿਹੜਾ ਖਾਲਸਾ ਕਾਲਜ ਪਟਿਆਲਾ ਦੇ ਵਿੱਚ ਹੋ ਰਿਹਾ ਹੈ, ਤੁਹਾਨੂੰ ਲਿਖਿਆ ਹੋਇਆ ਨਜ਼ਰ ਆਏਗਾ ਕਸ਼ਮੀਰ 1819, ਮਹਾਰਾਜਾ ਰਣਜੀਤ ਸਿੰਘ 1819 ਐਕਸਪੈਂਡੇਸ਼ਨ ਕਸ਼ਮੀਰ ਦੀ ਡਿਫੀਟਿੰਗ ਦੇ ਲਈ। ਜਦੋਂ ਤੁਹਾਨੂੰ ਪਤਾ ਹੈ ਕਿ ਮਹਾਰਾਜਾ ਰਣਜੀਤ ਸਿੰਘ ਦੀ ਹੀ ਇੱਕ ਫੌਜ ਸੀ ਜਿਸ ਨੇ ਤਿੱਬਤ ਤੱਕ ਔਰ ਅਫਗਾਨਿਸਤਾਨ ਤੱਕ ਸਾਡੀਆਂ ਜਿਹੜੀਆਂ ਖਾਲਸਾਈ ਫੌਜਾਂ ਸੀ ਉਹ ਲੈ ਕੇ ਗਏ ਸੀਗੇ, ਚਾਹੇ ਉਦੋਂ ਬ੍ਰਿਟਿਸ਼ ਰੂਲ ਸੀ। ਆਓ ਆਰਮੀ ਦੇ ਇਸ ਫੈਸਟੀਵਲ ਦੀਆਂ ਝਲਕੀਆਂ ਦੀ ਸ਼ੁਰੂਆਤੀ ਜਿਹੜਾ ਦੌਰ ਹੈ ਤੁਹਾਨੂੰ ਵਿਖਾਉਣਾ ਕਿ ਵੱਖ-ਵੱਖ ਜਿਹੜੇ ਸਿੰਬਲਸ ਨੇ ਔਰ ਵੱਖ-ਵੱਖ ਆਰਮੀ ਪਰਸਨਸ ਨੇ ਜਿਹੜੇ ਉਹਨਾਂ ਦੇ ਨਾਂ ਦੇ ਉੱਤੇ ਕਦੋਂ ਕੀ ਜਾਰੀ ਹੋਇਆ। ਮੇਰੇ ਨਾਲ ਆਰਮੀ ਪਰਸਨ ਵੀ ਨੇ। ਸਰ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਤੁਹਾਡਾ ਗੁੱਡ ਨੇਮ ਜੀ? ਕਰਨਲ ਹਰਬਖਸ਼ ਸਿੰਘ। ਕਿਆ ਬਾਤ ਹੈ। ਹਰਬਖਸ਼ ਸਿੰਘ, ਇੱਕ ਹਰਬਖਸ਼ ਸਿੰਘ ਉਹ ਸੀਗੇ ਜਿਹੜੇ ਜਨਰਲ ਸਾਹਿਬ ਸੀਗੇ। ਸਰ ਸਾਨੂੰ ਇਹ ਸਮਝਾਉਣ ਦੀ ਕੋਸ਼ਿਸ਼ ਕਰੋ ਦਰਸ਼ਕਾਂ ਨੂੰ ਕਿ ਇਹ ਆਪਾਂ ਜਿਹੜੇ ਡਿਸਪਲੇ ਲਾਏ ਨੇ, ਡਿਸਪਲੇ ਕੀ ਨੇ ਤੇ ਇਹਨਾਂ ਦੇ ਵਿੱਚ ਕਿਹੜੀਆਂ ਚੀਜ਼ਾਂ ਖਾਸ ਨੇ? ਇਹ ਡਿਸਪਲੇ ਜਦੋਂ ਆਰਮੀ ਦੇ ਕੋਈ ਜਿਸ ਤਰ੍ਹਾਂ 25 ਸਾਲ ਹੋਏ ਜਾਂ 50 ਸਾਲ ਹੋਏ ਜਾਂ 100 ਸਾਲ ਹੋਏ, ਕਿਸੇ ਰੈਜੀਮੈਂਟਸ ਦੇ 150 ਸਾਲ ਵੀ ਹੋ ਗਏ ਹੈ। ਹੁਣ ਆਹ ਦੇਖੋ ਇੱਥੇ 225 ਸਾਲ ਹੋ ਗਏ ਹੈ, ਅਤੇ ਤਾਂ ਇਹ ਆਰਮੀ ਦੇ ਐਨਵੈਲਪਸ ਨਿਕਲਦੇ, ਇਹਨਾਂ ਨੂੰ ਫਸਟ ਡੇ ਕਵਰਸ ਕਰਨੇ। ਹੁਣ ਜਿਹੜੇ ਤੁਸੀਂ ਬਾਹਰ ਸਿਵਲ ਵਿੱਚ ਦੇਖਦੇ ਹੋਗੇ ਐਨਵੈਲਪਸ, ਉਹਨਾਂ ਉੱਤੇ ਕੋਈ ਵੀ ਯਾਦਗਾਰ ਨਹੀਂ ਬਣੀ ਹੁੰਦੀ। ਇਹ ਸਾਡੀ ਲੜਾਈਆਂ ਦੀ ਯਾਦਗਾਰ, ਜਿਸ ਤਰ੍ਹਾਂ ਇਹ ਸਾਰਾਗੜ੍ਹੀ ਦੀ ਲੜਾਈ ਦੀ ਯਾਦਗਾਰ ਹੈਗੀ ਹੈ। ਮਹਾਨ ਬੈਟਲ ਸਾਰਾਗੜ੍ਹੀ। ਜ਼ਿਆਦਾ ਮਹਾਨ ਬੈਟਲ ਕਿਉਂਕਿ ਕਹਿੰਦੇ ਇਸ ਤੋਂ ਬਰਾਬਰ ਦਾ ਕਿ 21 ਬੰਦੇ ਔਰ ਉਹਨਾਂ ਦੇ ਸਾਹਮਣੇ 10,000 ਦੀ ਫੌਜ ਖੜੀ ਸੀ, ਔਰ ਉਹ ਡਟੇ ਰਹੇ, ਤਾਂ ਤੱਕ ਡਟੇ ਰਹੇ ਜਦ ਤੱਕ ਸਾਰੇ ਸ਼ਹੀਦ ਨਹੀਂ ਹੋ ਗਏ। ਇਹਦੇ ਬਰਾਬਰੀ ਦੀ ਕਹਿੰਦੇ ਹੋਰ ਕੋਈ ਸ਼ਹਾਦਤ ਹੈ ਨਹੀਂ। ਇੱਕ ਹੋਰ ਹੈਗੀ ਸੀ ਸ਼ਹਾਦਤ, ਜਿਹੜੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਸਾਹਿਬਜ਼ਾਦਿਆਂ ਨੇ ਲੜੀ ਸੀ। ਉਸ ਵੇਲੇ ਵੀ ਇਹੀ ਹਾਲ ਸੀ, 40 ਸਿੰਘ ਹੈਗੇ ਸੀ ਔਰ ਸਾਹਮਣੇ ਲੱਖਾਂ ਦੀ ਫੌਜ ਸੀ। ਤਾਂ ਹੀ ਉਸ ਵੇਲੇ ਗੁਰੂ ਗੋਬਿੰਦ ਸਿੰਘ ਜੀ ਨੇ ਕਿਹਾ ਸੀ ਕਿ ਚਿੜੀयों से मैं बाज लड़ाऊं, गिदरों को मैं शेर बढ़ाऊं, 1.25 लाख से एक लड़ाऊं तबे गोबिंद सिंह नाम कहां। ਇਹ ਜਿਹੜੀ ਹਿੰਦੁਸਤਾਨ ਦੀ ਫੌਜ ਹੈ, ਅੱਜ ਹਿੰਦੁਸਤਾਨ ਦੀਆਂ ਨਸਲਾਂ ਨੇ, ਇਹ ਉसी ਜੋਸ਼ ਦੇ ਨਾਲ ਅੱਜ ਤੱਕ ਭਰੀਆਂ ਹੋਈਆਂ। ਭਾਵੇਂ ਤੁਸੀਂ ਕਾਰਗਿਲ ਦੀ ਲੜਾਈ ਵੇਖ ਲਈ ਹੋਵੇ, ਉੱਥੋਂ ਵੀ ਖਦੇੜ ਦਿੱਤਾ, 71 ਵਿੱਚ ਵੀ ਖਦੇੜ ਦਿੱਤਾ, 65 ਵਿੱਚ ਵੀ ਖਦੇੜ ਦਿੱਤਾ, ਅਤੇ ਇਹ ਸ਼ਾਇਦ ਉਹਨਾਂ ਦਾ ਆਸ਼ੀਰਵਾਦ ਹੈਗਾ ਕਿ ਅੱਜ ਤੱਕ ਚੱਲੀ ਆ ਰਿਹਾ। ਕੁਝ ਹੋਰ ਜਿਹੜੇ ਇੰਪੋਰਟੈਂਟ ਸੀਗੇ ਇਹ ਤੁਸੀਂ ਦੱਸ ਰਹੇ ਸੀਗੇ, ਮੇਰੇ ਖਿਆਲ 'ਚ ਸ਼ਾਇਦ ਇਹ ਬ੍ਰਿਗੇਡੀਅਰ ਕੁਲਦੀਪ ਸਿੰਘ ਚਾਂਦਪੁਰੀ, ਜਿਹੜੇ ਲੌਂਗੇਵਾਲਾ ਦੇ ਬੈਟਲ ਵਾਲੇ ਮਸ਼ਹੂਰ ਹੈਗੇ, ਜਿਨ੍ਹਾਂ ਦਾ ਸਨੀ ਦਿਓਲ ਨੇ ਪਿਕਚਰ ਵਿੱਚ ਰੋਲ ਕੀਤਾ ਸੀ। ਇਹ ਸਾਡੇ ਜਿਹੜੇ ਪਹਿਲੇ ਆਰਮੀ ਚੀਫ ਹੈਗੇ ਜਨਰਲ ਕਾਰਿਆਪਾ, ਇਹ ਉਹਨਾਂ ਦਾ ਸਾਈਨ ਕੀਤਾ ਹੋਇਆ ਹੈ, ਅਤੇ ਇਹ ਉਹਨਾਂ ਦੀ ਹੀ ਡਾਕ ਟਿਕਟ ਹੈਗੀ ਹੈ ਜਿਹੜੀ ਇੰਡੀਅਨ ਮਿਲਟਰੀ ਅਕੈਡਮੀ ਦੇ ਵਾਸਤੇ ਨਿਕਲੀ ਸੀ। ਫਿਰ ਸਾਡੇ ਦੂਸਰੇ ਫੀਲਡ ਮਾਰਸ਼ਲ ਹੈਗੇ ਸੀ ਜਨਰਲ SSF ਜੇ ਮਾਨਿਕ ਸ਼ਾਹ, ਅਤੇ ਇਹ ਮਾਨਿਕ ਸ਼ਾਹ ਸਾਹਿਬ ਦਾ ਹੈਗਾ। ਫਿਰ ਇੰਡੀਅਨ ਆਰਮੀ ਦੇ ਵਿੱਚ ਜਿਹੜਾ ਲਾਸਟ ਬ੍ਰਿਟਿਸ਼ ਜਨਰਲ ਹੈਗਾ ਸੀ ਜਨਰਲ ਔਕਿਨਲੈਕ, ਫੀਲਡ ਮਾਰਸ਼ਲ ਕਮਾਂਡਰ ਇਨ ਚੀਫ। ਇਹ ਮੇਰੇ ਦਾਦਾ ਜੀ ਦੀ ਉਹ ਚਿੱਠੀ ਹੈਗੀ ਹੈ ਮੇਰੇ ਵਾਈਫ ਦੇ, ਉਹਨਾਂ ਨੂੰ ਲਿਖਿਆ ਸੀ ਕਿ ਵੀ ਤੁਹਾਡੀ ਲੜਾਈ ਵਿੱਚ ਜਿਹੜਾ ਯੋਗਦਾਨ ਹੈ ਉਹ ਬੜਾ ਇੰਪੋਰਟੈਂਟ ਰਿਹਾ। ਮਿਸਟਰ ਹਰਦਿਤ ਸਿੰਘ ਜੀ। ਫਿਰ ਇਹ ਸਾਡੇ ਜਨਰਲ ਬਿਕਰਮ ਸਿੰਘ ਸਾਡੇ ਚੀਫ ਹੈਗੇ ਸੀ। ਅਸੀਂ ਉਹਨਾਂ ਨੂੰ ਕਦੀ ਚਿੱਠੀ ਲਿਖੀ ਸੀ ਕੁਝ ਦੱਸਣ ਵਾਸਤੇ, ਅਤੇ ਮੈਂ ਸੋਚਿਆ ਉਹ ਜਨਰਲ ਸਾਹਿਬ ਨੂੰ ਥੋੜ੍ਹਾ ਸਮਝਣਗੇ ਕਿ ਬਈ ਮੈਂ ਫੌਜ ਕਿਸ ਤਰ੍ਹਾਂ ਚਲਾਉਣੀ ਹੈ। ਮੈਂ ਕੁਝ ਸੁਝਾਅ ਦਿੱਤੇ ਸੀ। ਇਟ ਵਾਜ਼ ਵੈਰੀ ਕਾਈਂਡ ਆਫ ਹਿਮ। ਹੁਣ ਮੈਂ ਇੱਕ ਵਾਰੀ ਸਿਆਚਿਨ ਗਲੇਸ਼ੀਅਰ ਵਿੱਚ ਔਰ ਕਾਰਗਿਲ ਦੀ ਲੜਾਈ ਵਿੱਚ ਜਦੋਂ ਗਿਆ ਸੀ, ਅਤੇ ਉਸ ਵੇਲੇ ਮੇਰੇ ਬੱਚਿਆਂ ਨੇ ਜਿਹੜੀਆਂ ਮੈਨੂੰ ਚਿੱਠੀਆਂ ਲਿਖੀਆਂ ਉਹ ਸੰਭਾਲ ਕੇ ਰੱਖੀਆਂ। ਫਿਰ ਅਸੀਂ ਬੈਠੇ ਕਦੀ ਕਵਿਤਾ ਲਿਖ ਦਈਦਾ ਸੀ, ਅਤੇ ਉਹ ਕਵਿਤਾਵਾਂ ਸਾਡੀਆਂ ਹਾਲ ਆਫ ਫੇਮ ਲੇਹ ਦੇ ਵਿੱਚ ਔਰ ਕਾਰਗਿਲ ਦੀ ਜਿਹੜੀ ਗੈਲਰੀ ਹੈ ਫੋਰ ਐਵਰ ਇਨ ਆਪਰੇਸ਼ਨਸ ਗੈਲਰੀ, ਉੱਥੇ ਲਗਾਈਆਂ ਗਈਆਂ। ਇਹ ਸਾਡੇ ਪਰਮਵੀਰ ਚੱਕਰ ਅਵਾਰਡੀਜ਼ ਹੈਗੇ ਜਿਹੜੇ 21 ਸੀ, 21 ਪਰਮਵੀਰ ਚੱਕਰ ਵਿਜੇਤਾ ਨੇ ਹੁਣ ਤੱਕ ਸਾਡੇ। ਇਹ 1971 ਦੇ ਵਿੱਚ ਜਿੰਨੇ ਪਰਮਵੀਰ ਚੱਕਰ ਵਿਜੇਤਾ ਸੀ ਇਹ ਸਾਰੇ ਉਹਨਾਂ ਦੀ ਹੈਗੀਆਂ। ਇਹ ਬਾਕੀ ਏਅਰਫੋਰਸ ਦੀਆਂ ਹੈਗੀਆਂ, ਅਤੇ ਇਹ ਸਭ ਤੋਂ ਖਾਸ ਹੈਗੀ ਹੈ ਇਸ ਕਲੈਕਸ਼ਨ ਨੂੰ ਕਹਿੰਦੇ ਪ੍ਰਾਈਡ ਆਫ ਇੰਡੀਆ ਕਲੈਕਸ਼ਨ, ਜਿਹੜੇ ਸਾਡੇ ਕਲਾਮ ਸਾਹਿਬ ਨੇ ਚੁਣੀ ਹੋਈ ਹੈ।
ਇਹ 25 ਸਟੈਂਪਸ ਹੈਗੀਆਂ ਜਿਨ੍ਹਾਂ ਨੂੰ ਕਲਾਮ ਸਾਹਿਬ ਨੇ ਸੋਚਿਆ ਕਾਗਜ਼ ਹੈ, ਕਾਗਜ਼ ਨੇ ਤੇ ਫਟ ਜਾਣਾ ਹੈ, ਤੇ ਇਹਨਾਂ ਸਾਰੀਆਂ ਸਟੈਂਪਸ ਨੂੰ ਉਹਨਾਂ ਨੇ ਚੁਣਿਆ ਕਿ ਵੀ ਕਿਹੜੀਆਂ ਸਾਡੇ ਦੇਸ਼ ਦੀਆਂ ਗੌਰਵ ਨੂੰ, ਸਾਡੇ ਦੇਸ਼ ਦੇ ਇਤਿਹਾਸ ਨੂੰ ਦੱਸਦੀਆਂ, ਉਹਨਾਂ ਨੇ ਸੋਨੇ ਔਰ ਚਾਂਦੀ ਦੇ ਵਿੱਚ ਬਣਵਾਤਾ। ਵਾਹ ਕੀ ਬਾਤ ਹੈ। ਦੇਖੋ ਪਿਆਰੇ, ਮੈਂ ਤੁਹਾਨੂੰ ਕੈਮਰੇ ਦੀ ਨਜ਼ਰ ਨਾਲ, ਕਲਾਮ ਸਾਹਿਬ ਸੱਚਮੁੱਚ ਭਾਰਤ ਦੇ ਕਲਾਮ ਸਨ। ਉਹ ਡਾਕਟਰ APJ ਅਬਦੁਲ ਕਲਾਮ, ਕਿੱਡੀ ਸੋਹਣੀ ਸੋਚ ਸੀ ਕਿ ਕਾਗਜ਼ ਤਾਂ ਫਟ ਜਾਏਗਾ, ਸੋਨੇ ਤੇ ਚਾਂਦੀ ਦੇ ਵਿੱਚ ਉਹਨਾਂ ਨੂੰ ਪੱਕੇ ਤਰੀਕੇ ਨਾਲ, ਤਾਂ ਕਿ ਆਰਮੀ ਦੀ ਪ੍ਰਾਈਡ ਜਿਹੜੀ ਹੈ, ਆਰਮੀ ਦਾ ਜਿਹੜਾ ਮਾਣ ਹੈ, ਉਸ ਮਾਣ ਨੂੰ ਚਿਰ ਸਥਾਈ ਰੱਖਿਆ ਜਾ ਸਕੇ। ਹੈ ਨਾ? ਦੇਖੋ ਇਹ 1857 ਦੀ ਜਿਹੜੀ ਪਹਿਲੀ ਆਜ਼ਾਦੀ ਦੀ ਯੁੱਧ ਕਹਿੰਦੇ ਆ ਜੀ, ਉਹਦੀ ਸਟੈਂਪ ਨੂੰ ਵੀ ਜੋ ਵੀ ਕਾਗਜ਼ ਦੇ ਉੱਤੇ ਜਿੰਨਾ ਮਾਈਨਰ ਡਿਟੇਲ ਹੈਗਾ ਉਹ ਸਾਰਾ ਇਹਦੇ ਵਿੱਚ ਇਹ ਬਣਵਾਈਆਂ ਗਈਆਂ ਸਵਿਟਜ਼ਰਲੈਂਡ ਤੋਂ। ਔਰ ਇਹਨਾਂ ਦੀ ਇਹ ਕਿੰਨੀ ਪਿਓਰ ਹੈਗੀਆਂ, ਇਹ ਦੇਖੋ ਇੱਥੇ ਲਿਖਿਆ ਹੈ 0.99 ਸਿਲਵਰ ਲੇਅਰਡ ਵਿਦ 24 ਕੈਰਟ 골ਡ। ਤੇ ਇਹ ਉਹਨਾਂ ਨੇ ਖਾਸ ਚੁਣੀਆਂ ਸੀ ਕਿ ਬਈ ਇਹ ਤਾਂ ਜ਼ਿੰਦਗੀ, ਹੁਣ ਜਿਸ ਤਰ੍ਹਾਂ ਕੋਈ ਪੁਰਾਣੀ ਸੱਭਿਅਤਾ ਨੂੰ ਖੁਦਾਈ ਕਰੀਏ ਤੇ ਉਹਦੇ ਚੋਂ ਬਾਕੀ ਸਾਰੀਆਂ ਚੀਜ਼ਾਂ ਸ਼ਾਇਦ ਟੁੱਟ ਜਾਂਦੀਆਂ, ਮਗਰ ਜਿਹੜਾ ਸੋਨਾ ਹੈ ਉਹ ਹਮੇਸ਼ਾ ਕਾਇਮ ਮਿਲੇਗਾ, ਤਾਂਬਾ ਕਾਇਮ ਮਿਲੇਗਾ। ਤੇ ਅਸੀਂ ਕਿਹਾ ਕਿ ਹੁਣ ਬੱਚੇ ਆ ਕੇ ਵੇਖਣਗੇ ਤੇ ਖਾਲੀ ਆਰਮੀ ਨਹੀਂ, ਇੰਡੀਆ ਦਾ ਵੀ ਜਿਹੜੀ ਮਾਨ ਸਨਮਾਨ ਕਲਚਰ ਹੈ ਇੰਡੀਆ ਦਾ, ਔਰ ਜਿਹੜੇ ਲੋਕਾਂ ਨੇ ਸਾਡੇ ਲਈ ਕੰਮ ਕੀਤਾ ਹੈ। ਹੁਣ ਇਹ ਜਿਸ ਤਰ੍ਹਾਂ ਸਾਡੇ ਇੰਡੀਪੈਂਡੈਂਸ ਦੀ ਹੈਗੀ ਹੈ, ਮਹਾਤਮਾ ਗਾਂਧੀ ਜੀ ਦੀ ਹੈ, ਵਿਵੇਕਾਨੰਦ ਜੀ ਦੀ ਹੈ, ਔਰ ਇੰਡੀਆ ਦੀ ਕਹਾਣੀ ਭਾਵੇਂ ਗੋਰੇ ਕਹਿ ਰਹੇ ਸੀ ਕਿ ਜੀ ਅਸੀਂ ਇੰਡੀਆ ਨੂੰ ਸਭ ਕੁਝ ਸਿਖਾਇਆ, ਪਰ ਇੰਡੀਆ ਦੀ ਕਹਾਣੀ ਰਾਮਾਇਣ ਤੋਂ ਚੱਲਦੀ ਹੈ, ਮਹਾਭਾਰਤ ਤੋਂ ਚੱਲਦੀ ਹੈ, ਇਹ ਗੀਤ ਗੋਵਿੰਦਮ ਤੋਂ ਚੱਲਦੀ ਹੈ, ਸਾਡੀ ਪਹਿਲੀ ਕਾਮਿਕਸ ਹੈਗੀ ਹੈ। ਲੋਕਾਂ ਕਹਿੰਦੇ ਕਿ ਵੀ ਅਸੀਂ ਕੁਝ, ਸਾਨੂੰ ਕਹਾਣੀਆਂ ਨਹੀਂ ਦੱਸਣੀਆਂ ਆਈਆਂ, ਭੋਜ ਪੱਤਰ ਦੇ ਉੱਤੇ ਫੋਟੋਜ਼ ਦੇ ਨਾਲ ਪੂਰੀ ਕਹਾਣੀ ਨਾਲ ਲਿਖੀ ਹੋਈ ਸੀ, ਜਿਸ ਤਰ੍ਹਾਂ ਕਾਮਿਕਸ ਵਿੱਚ ਲਿਖੀ ਹੁੰਦੀ ਹੈ। ਤੇ ਇਹ ਸਾਰੀਆਂ ਚੀਜ਼ਾਂ ਹੁਣ ਇਹ ਮਹਾਰਾਜਾ ਵਿਕਰਮਾਦਿੱਤਿਆ, ਅਸ਼ੋਕ, ਰਾਜਾ ਪਲਵਾਸ ਔਰ ਚੋਲਾਸ, ਜਿਨ੍ਹਾਂ ਨੇ ਸਾਡਾ ਇੰਡੀਆ ਦਾ ਕਿੰਗਡਮ ਲੈ ਜਾ ਕੇ ਇੰਡੋਨੇਸ਼ੀਆ ਤੱਕ, ਮਲੇਸ਼ੀਆ ਤੱਕ ਸਜਾਇਆ ਹੋਇਆ ਸੀ, ਇਹ ਉਹਨਾਂ ਦੀਆਂ ਸਾਰੀਆਂ ਸਟੈਂਪਸ ਹੁਣ ਬੱਚਿਆਂ ਨੂੰ ਇਤਿਹਾਸ ਦੱਸਣ ਵਾਸਤੇ।